ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਪਹੁ ਕਉ ਨ ਜਾਣਈ ਬਿਨ ਸਤਿਗੁਰ ਉਪਦੇਸ਼। ਇਸ ਪ੍ਰਕਾਰ ਕਹਿ ਸਭਨ ਕੋ ਤੂਸ਼ਨ ਭੇ ਜਗਤੇਸ਼। ਆਪਹੁ ਕਉ ਨ ਜਾਣਈ ਬਿਨ ਸਤਿਗੁਰ ਉਪਦੇਸ਼। ਇਸ ਪ੍ਰਕਾਰ ਕਹਿ ਸਭਨ ਕੋ ਤੂਸ਼ਨ ਭੇ ਜਗਤੇਸ਼। ਸਤਨਾਮ ਸ੍ਰੀ ਵਾਹਿਗੁਰੂ ਜੀ। ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ। ਵੱਡਾ ਸਾਂਗ ਵਰਤਾਇਆ ਲਖ ਨ ਸਕੈ ਕੁਦਰਤ ਕੋਈ। ਪੁੱਛਣ ਪੋਲ ਗਦਾਵਨੋ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਏ। ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਨ ਨ ਢੋਈ। ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰੋਈ। ਕਰਨ ਵਕੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ। ਰਾਏ ਸੈਤਾਨੀ ਦੁਨੀਆ ਗੋਈ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਉਜਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਟਾਈਮ 'ਤੇ ਸਰਬੱਗ ਅੰਤਰਜਾਮੀ ਸਤਿਗੁਰੂ ਜੀ ਹਿੰਦੁਸਤਾਨ ਦੇ ਬਹੁਤ ਵੱਡੇ ਮਹਾਨ ਤੀਰਥ ਕੁਰੂਕਸ਼ੇਤਰ ਦੀ ਧਰਤੀ 'ਤੇ ਪਹੁੰਚੇ ਸੀ। ਸੂਰਜ ਗ੍ਰਹਿਣ ਦੇ ਕਾਰਨ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਦੁਨੀਆ ਭਰ ਦੇ ਲੋਕਾਂ ਦਾ ਬੜਾ ਇਕੱਠ ਜੁੜਿਆ ਹੋਇਆ। ਉਸ ਸਮੇਂ ਸਤਿਗੁਰੂ ਜੀ ਨੇ ਐਸੀ ਕਲਾ ਇਹੋ ਜਿਹੀ ਖੇਲ ਵਰਤਾਈ ਸਾਰਿਆਂ ਦੇ ਸਾਹਮਣੇ ਵੀ ਜਿਹੜੇ ਨੇ ਆ ਵਿਦਵਾਨ ਪੰਡਤ, ਇਹਨਾਂ ਦਾ ਖਿਆਲ ਆਪਣੇ ਬਲ ਖਿੱਚਣ ਦੇ ਲਈ ਜਿਹੜਾ ਹੁਣ ਸਾਹਿਬਜ਼ਾਦਾ ਸਤਿਗੁਰੂ ਜੀ ਦੇ ਪਾਸ ਆਪਣੀ ਮਾਤਾ ਦੇ ਸਮੇਤ ਪਹੁੰਚੇ, ਵਿਚਾਰੇ ਬੜੇ ਦੁਖੀ ਹੋ ਗਏ ਸੀ। ਆਪਣੇ ਬੈਰੀ ਦੁਸ਼ਮਣਾਂ ਦੇ ਹੱਥੋਂ ਉਹਨਾਂ ਨੇ ਇਹਨਾਂ ਦਾ ਸਾਰਾ ਰਾਜ ਭਾਗੀ ਖੋਹ ਲਿਆ। ਅੱਜ ਮਾਂ ਪੁੱਤ ਦੋਵੇਂ ਹੀ ਗਰੀਬਾਂ ਕੰਗਾਲਾਂ ਦੇ ਸਮਾਨ ਬਣੇ ਬੈਠੇ ਨੇ। ਸੋਚਿਆ ਵੀ ਉਹ ਸਾਹਮਣੇ ਬੈਠੇ ਨੇ ਖੁਦਾ ਦੇ ਫਕੀਰ, ਕੋਈ ਪਤਾ ਨਹੀਂ ਇਹਨਾਂ ਦੇ ਬਹਾਨੇ ਦੁਆਰਾ ਸਾਡੇ ਉੱਪਰ ਕਿਰਪਾ
ਰਹਿਮਤ ਹੋ ਜਾਏ। ਸਾਹਿਬਜ਼ਾਦੇ ਨੇ ਮਿਰਗ ਮਾਰ ਕਰਕੇ ਜਦੋਂ ਮਹਾਰਾਜ ਦੇ ਅੱਗੇ ਭੇਟਾ ਕੀਤਾ, ਸਤਿਗੁਰੂ ਜੀ ਕਹਿਣ ਲੱਗੇ ਉਹ ਗਰਬੀ ਦਾ ਜਿਹੜਾ ਮਾਸ ਚੰਗੀ ਤਰ੍ਹਾਂ ਸਵਾਰ ਕੀਤਾ ਆ ਹਾਂਡੀ ਜਾਂ ਫਿਰ ਉਹਰੇ ਮਟਕੇ ਦੇ ਵਿੱਚ ਪਾ ਕੇ ਚੁੱਲ੍ਹੇ 'ਤੇ ਰੱਖ ਦੇਣਾ ਹੈ। ਇਹਨੇ ਬਚਨ ਮੰਨਦੇ ਹੋਇਆ ਆਲੇ ਦੁਆਲੇ ਤੋਂ ਸੁੱਕੀਆਂ ਲੱਕੜਾਂ ਲਿਆ ਕੇ ਉਹਨੂੰ ਰਿੱਝਣਾ ਸ਼ੁਰੂ ਕਰ ਦਿੱਤਾ ਹੈ। ਜਦੋਂ ਨਿਕਲਿਆ ਧੂੰਆਂ ਚੁੱਲ੍ਹੇ ਦੇ ਵਿੱਚੋਂ, ਉਸੇ ਵਕਤ ਇਕੱਠੇ ਹੋ ਕੇ ਆ ਗਏ ਸਾਰੇ ਬੜੇ ਬੜੇ ਮਹਾਨ ਵਿਦਵਾਨ ਪੰਡਤ ਲੋਕ ਵੀ ਇਹਨੇ ਸ਼ਾਸਤਰ ਮਰਜ਼ਾਦਾ ਤੋਂ ਉਲਟੀ ਇਹੋ ਜਿਹਾ ਇੱਕ ਕੰਮ ਕਰ ਦਿੱਤਾ ਹੈ। ਪਰ ਜਦੋਂ ਸਤਿਗੁਰੂ ਜੀ ਨੇ ਦੋ ਚਾਰ ਹੀ ਬਚਨ ਕੀਤੇ, ਨਾਲ ਦੀ ਨਾਲ ਇਹਨਾਂ ਦੇ ਜਿਹੜੇ ਕ੍ਰੋਧ ਗੁੱਸੇ ਦੇ ਨਾਲ ਭਰੇ ਹੋਏ ਬਣ ਢਹਿਲੇ ਹੋ ਗਏ। ਹੁਣ ਗੁਰੂ ਬਾਬਾ ਜੀ ਦਾ ਤੇਜ ਪ੍ਰਤਾਪ ਤਾਂ ਹਰੇਕ ਦੇ ਮਨ ਦੇ ਉੱਪਰ ਆਪਣੇ ਆਪ ਹੀ ਪੈ ਜਾਂਦਾ ਸੀ। ਉਸ ਸਮੇਂ ਕਹਿਣ ਲੱਗੇ ਵੀ ਇਹ ਫਕੀਰ ਸਾਈਂ ਇਹ ਤਾਂ ਇੱਕ ਬਹੁਤ ਮਾੜਾ ਕੰਮ ਕੀਤਾ। ਸੂਰਜ ਗ੍ਰਹਿਣ ਦੇ ਟਾਈਮ ਦੇ ਚੁੱਲ੍ਹੇ ਦੇ ਵਿੱਚ ਅੱਗ ਬਾਲਣੀ। ਹੁਣ ਤਾਂ ਤੁਰਕ ਵੀ ਹਿੰਦੂ ਵੀ ਡਰਦੇ ਮਾਰੇ ਥਾਂ ਪਰ ਥਾਂ ਦਾਨ ਪੁੰਨ ਕਰ ਰਹੇ ਹਨ। ਪਰ ਉਸ ਸਮੇਂ ਜਦੋਂ ਗੁਰੂ ਬਾਬਾ ਜੀ ਨੇ ਬਚਨ ਬਿਲਾਸ ਕਰਦੇ ਹੋਇਆ ਇਹਨਾਂ ਦੇ ਸਾਹਮਣੇ ਅਰਬੀ ਬਾਣੀ ਦੇ ਸ਼ਬਦ ਉਚਾਰਨ ਕੀਤੇ, ਪਹਿਲਾ ਮਾਸੋ ਨਿੰਮਿਆ ਮਾਸੇ ਅੰਦਰ ਸਾਸ। ਗੁਰੂ ਬਾਬਾ ਜੀ ਨੇ ਇਹਨਾਂ ਬਚਨਾਂ ਦੁਆਰਾ ਜੋ ਇਹ ਬੜਾ ਪਖੰਡ ਦੰਭ ਆਪਣੇ ਜੀਵਨ ਦੇ ਵਿੱਚ ਧਾਰਨ ਕਰੀ ਬੈਠੇ ਸੀ, ਸਤਿਗੁਰੂ ਜੀ ਨੇ ਐਸੇ ਬਚਨ ਜਦੋਂ ਕੀਤੇ, ਇਹਨਾਂ ਨੂੰ ਫਿਰ ਆਪਣੇ ਵੱਲੋਂ ਜਵਾਬ ਦੇਣਾ ਬੜਾ ਔਖਾ ਹੋ ਗਿਆ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਪਹੁ ਕੋ ਨਾ ਜਾਣਈ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਐ ਵਿਦਵਾਨ ਲੋਗੋ, ਜਿਹੜਾ ਗਿਆਨ ਹੈ ਨਾ ਉਹਦੇ ਬਾਰੇ ਕੋਈ ਵੀ ਆਪਣੇ ਆਪ ਅੱਜ ਤੱਕ ਸਮਝ ਨਹੀਂ ਸਕਿਆ, ਨਾ ਕਿਸੇ ਨੇ ਸਮਝਣਾ। ਇਹ ਤਾਂ ਮੁਰਸ਼ਿਦ ਦੀ ਕਿਰਪਾ ਦੁਆਰਾ ਇਹੋ ਜਿਹੇ ਗਿਆਨ ਦੀ ਦਾਤ ਪ੍ਰਾਪਤ ਹੋਇਆ ਕਰਦੀ ਹੈ। ਬਿਨ ਸਤਿਗੁਰ ਉਪਦੇਸ਼। ਜਿਤਨਾ ਚਿਰ ਕੋਈ ਜਗਿਆਸੂ ਮਹਾਂਪੁਰਖ ਤੋਂ ਮੁਰਸ਼ਿਦ ਦੇ ਕੋਲੋਂ ਉਹਨਾਂ ਦਾ ਉਪਦੇਸ਼ ਨਹੀਂ ਧਾਰਨ ਕਰਦਾ, ਇਸ ਪ੍ਰਕਾਰ ਕਹਿ ਸਭਨ ਕੋ। ਇਹੋ ਜਿਹੇ ਜਦੋਂ ਬਚਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੀ ਭਾਰੇ ਕੱਟ ਦੇ ਵਿੱਚ ਜਦੋਂ ਸਾਹਮਣੇ ਇਹਨਾਂ ਵਿਦਵਾਨ ਪੰਡਤਾਂ ਦੇ ਨਾਲ ਕੀਤੇ ਸਨ। ਤੂਸ਼ਨ ਭੇ ਜਗਤੇਸ਼। ਇਹ ਸ਼ਬਦ ਉਚਾਰਨ ਕਰਕੇ ਜਗਤ ਦੇ ਈਸ਼ਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਉਸ ਸਮੇਂ ਚੁੱਪ ਕਰਕੇ ਬਹਿ ਗਏ ਸਾਰਿਆਂ ਦੇ ਵਿੱਚ ਹੀ। ਪੰਡਿਤ ਸੰਨਿਆਸੀ ਬਹੁਤ। ਜਿਹੜੇ ਪੰਡਤ ਵੀ ਵਿਦਵਾਨ ਵੀ ਸੰਨਿਆਸੀ ਕਹਿ ਲੋ ਹੋਰ ਬਥੇਰੇ ਨਿਰਮਲੇ ਉਦਾਸੀ ਜੋ ਵੀ ਸਾਰੇ ਤਕਰੀਬਨ ਮਤਾਂਤਰਾਂ ਦੇ ਸਾਧੂ ਮਹਾਤਮਾ ਇੱਥੇ ਪਹੁੰਚੇ ਹੋਏ ਸੀ। ਸੂਰਜ ਗ੍ਰਹਿਣ ਦੇ ਟਾਈਮ ਤੇ ਉੱਤਰ ਆਏ ਨਾ ਕੋਈ। ਜਦੋਂ ਸਤਿਗੁਰੂ ਜੀ ਨੇ ਬਚਨ ਹੀ ਐਸੇ ਕੀਤੇ, ਹੁਣ ਇਹਨਾਂ ਨੂੰ ਫਿਰ ਆਪਣੇ ਵੱਲੋਂ ਜਵਾਬ ਦੇਣਾ ਬੜਾ ਔਖਾ ਹੋ ਗਿਆ ਹੈ। ਪਿਖੈ ਪਰਸ ਪਰ ਬਦਨ ਨਿਜ। ਸਾਰੇ ਹੀ ਸੰਸਕ੍ਰਿਤ
ਵਿਦਿਆ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਨਾ ਬੜਾ ਮਾਣ ਹੰਕਾਰ ਭਰਿਆ ਹੋਇਆ ਸੀ, ਸਾਡੇ ਵਰਗਾ ਨਹੀਂ ਹੈ ਕੋਈ ਦੁਨੀਆ 'ਚ। ਹੰਕਾਰ ਮਾਨ ਦੇ ਨਾਲੇ ਵੀ ਫੁੱਲੇ ਫਿਰਦੇ ਸਾਰੇ ਬ੍ਰਾਹਮਣ ਲੋਕ। ਪਰ ਜਦੋਂ ਸਤਿਗੁਰੂ ਜੀ ਨੇ ਵੇਦਾਂ ਸ਼ਾਸਤਰਾਂ ਦੀਆਂ ਦਿੱਤੀਆਂ ਨਾ ਉਦਾਹਰਣ, ਇੱਕ ਦੂਜੇ ਦੇ ਵੱਲ ਜਿਵੇਂ ਕਹਿੰਦੇ ਕੁੱਟਾ ਵਾਟੀ ਦੇਖਣ ਲੱਗ ਪਏ ਹਨ। ਸਨਮੁਖ ਹੋਏ ਨਾ ਸੋਏ। ਕੋਈ ਵੀ ਠੋਸ ਜਵਾਬ ਦੇਣ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਤਾਂ ਨਹੀਂ ਹੋ ਸਕਿਆ। ਇੱਕ ਦੂਜੇ ਦੇ ਵੱਲ ਜ਼ਰੂਰ ਤੱਕੀ ਜਾਂਦੇ ਹਨ। ਸੰਨਿਆਸੀ ਨਿਜ ਕਹਿਤ ਭੇ। ਜਿਹੜੇ ਸੀ ਸੰਨਿਆਸ ਮਤ ਨੂੰ ਧਾਰਨ ਕਰਨ ਵਾਲੇ ਸਾਧੂ ਮਹਾਤਮਾ, ਉਹ ਆਪਣੇ ਵੱਲੋਂ ਬੇਨਤੀ ਕਰਨ ਲੱਗੇ ਮਹਾਰਾਜ ਦੇ ਪਾਸ। ਕੇਤਕ ਕਾਲ ਬਿਤਾਏ। ਜਦੋਂ ਥੋੜਾ ਜਿਹਾ ਟਾਈਮ ਤਾਂ ਇਹਨਾਂ ਨੇ ਚੁੱਪ ਜੀ ਧਾਰਨ ਕਰਕੇ ਬਤੀਤ ਕੀਤਾ। ਨਾਨਕ ਚੰਦ ਪੰਡਿਤ ਵੱਡੋ। ਹੁਣ ਜਿਹੜਾ ਨਾਨੂ ਪੰਡਤ ਉਹਨੇ ਆਪਣਾ ਨਾਮ ਕੀ ਰਖਾਇਆ? ਨਾਨਕ ਚੰਦ। ਉਹਨੂੰ ਹੁਣ ਪ੍ਰੇਰ ਕੇ ਅੱਗੇ ਕਰਨ ਵਾਸਤੇ ਤਿਆਰੀ ਕੀਤੀ ਵੀ ਇਹ ਆਪਣੇ ਆਪ ਨੂੰ ਬਹੁਤ ਵੱਡਾ ਦਿਗਵਿਜੈ ਵਿਦਵਾਨ ਕਹਾਉਂਦਾ ਹੈ। ਸਾਰਿਆਂ ਨੇ ਇਕੱਠਿਆਂ ਹੋ ਕੇ ਪਰ ਉਹਦੇ ਵੱਲ ਖਿਆਲ ਕੀਤਾ। ਤੈਂ ਜੀਤਿਓ ਜਗ ਜਾਏ। ਸੰਨਿਆਸੀ ਵੀ ਉਦਾਸੀ ਵੀ ਨਿਰਮਲ ਕਹਿਣ ਲੱਗੇ, ਇਹ ਨਾਨੂ ਪੰਡਤ ਜੀ ਤੈਂ ਤਾਂ ਹਿੰਦੁਸਤਾਨ ਦਾ ਕੋਈ ਵਿਦਵਾਨ ਜਿੱਤੋਂ ਛੱਡਿਆ ਨਹੀਂ। ਹੁਣ ਇੱਥੇ ਤੈਨੂੰ ਇਹਨਾਂ ਦੇ ਅੱਗੇ ਠੋਸ ਉੱਤਰ ਦੇਣਾ ਬੜਾ ਮੁਸ਼ਕਲ ਹੋ ਰਿਹਾ ਹੈ। ਇਸ ਫਕੀਰ ਕੈ ਸਾਹਮਣੇ। ਇਸ ਫਕੀਰ ਦੇ ਸਾਹਮਣੇ ਤੈਥੋਂ ਕੋਈ ਚੰਗੀ ਤਰ੍ਹਾਂ ਬਚਨ ਵੀ ਨਹੀਂ ਕੀਤਾ ਜਾਂਦਾ ਆਪਣੀ ਜ਼ਬਾਨ ਤੋਂ। ਚਰਚਾ ਕਿਉਂ ਨਾ ਕਰੰਤ। ਤੂੰ ਤਾਂ ਕਲਯੁਗ ਦਾ ਅਵਤਾਰ ਖਵਾਉਣਾ ਆਪਣੇ ਆਪ ਨੂੰ ਬੜਾ ਭਾਰੀ ਵਿਦਵਾਨ, ਪਰ ਇਹਨਾਂ ਦੇ ਅੱਗੇ ਹੋ ਕੇ ਦੱਸ ਹੁਣ ਤੋਂ ਚਰਚਾ ਕਿਉਂ ਨਹੀਂ ਕਰਦਾ ਹੈ? ਬੇਤਾ ਅਗਮਾ ਨਿਗਮ ਕੋ। ਤੂੰ ਤਾਂ ਚਾਰੇ ਵੈਦ ਸਹਿ ਸਾਤਰ 18 ਪੁਰਾਣ 27 ਸਿਮਰਤੀਆਂ 52 ਉਪਨਿਸ਼ਦ ਜੋ ਵੀ ਸੁਰਤੀਆਂ ਨੇ ਵੇਦਾਂ ਦੇ 6 ਅੰਗ, ਉਹਨਾਂ ਦਾ ਆਪਣੇ ਆਪ ਨੂੰ ਨਾ ਬਹੁਤ ਵੱਡਾ ਗਿਆਤਾ ਖਵਾਉਂਦਾ ਹੈ। ਸਭ ਹਿਨ ਮੈਂ ਮਤਵੰਤ। ਤੈਨੂੰ ਤਾਂ ਅਸੀਂ ਸਾਰਿਆਂ ਦੇ ਵਿੱਚੋਂ ਬਹੁਤ ਹੀ ਸਿਆਣਾ ਤੇ ਸ੍ਰੇਸ਼ਟ ਮਤ ਵਾਲਾ ਵੀ ਮਨ ਦੇ ਵਿੱਚ ਜਾਣਦੇ ਆ। ਚੌਪਈ ਸੁਨ ਕਰ ਨਾਨੂ ਪੰਡਿਤ ਤਬ ਹੀ। ਜਦੋਂ ਨਾਨੂ ਪੰਡਤ ਨੇ ਦੇ ਲਿਆ ਵੀ ਤਾਂ ਹੁਣ ਮੈਨੂੰ ਗੁਰੂ ਬਾਬਾ ਜੀ ਦੇ ਅੱਗੇ ਪ੍ਰੇਰ ਕੇ ਕਰਨਾ ਚਾਹੁੰਦੇ ਹਨ। ਬੋਲਿਓ ਸਭ ਹਿਨ ਪ੍ਰੇਰਿਓ ਜਬ ਹੀ। ਹੁਣ ਜਦੋਂ ਸਾਰੀ ਇਹਦੇ ਉੱਪਰ ਜ਼ੋਰ ਪਾਉਣ ਲੱਗੇ ਵੀ ਅੱਗੇ ਦਾ ਹਰੇਕ ਦੇ ਨਾਲ ਜਾ ਕਰਕੇ ਸਿੰਘ ਫਸਾਉਣ ਲੱਗ ਜਾਂਦਾ ਸੀ ਬਿਨਾਂ ਗੱਲ ਤੋਂ। ਹੁਣ ਤੋਂ ਇੱਥੇ ਇਸ ਫਕੀਰ ਦੇ ਨਾਲ ਚਰਚਾ ਕਰਨ ਤੋਂ ਬੜੇ ਐਵੇਂ ਢਾਲੇ ਮਟੋਲੇ ਕਰਨ ਲੱਗ ਪਏ। ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਇਤਨਾ ਤੇਜ ਪ੍ਰਤਾਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਨ ਦੇ ਉੱਪਰ ਪੈ ਗਿਆ ਹੈ। ਇਹਨੂੰ ਵੀ ਵਿਚਾਰੇ ਨੂੰ ਹੁਣ ਅੱਗੇ ਕੋਈ ਐਸੀ ਗੱਲਬਾਤ ਕਰਨ ਵਾਸਤੇ ਬੜੀ ਮੁਸ਼ਕਲ ਖੜੀ ਹੋ ਗਈ। ਦੇਖਦਾ ਵੀ ਹੁਣ ਮੈਂ ਕੀ ਇਹਨਾਂ ਦੇ ਨਾਲ ਕੋਈ ਜਵਾਬ ਸਵਾਲ ਕਰਾਂ। ਇਹਨਾਂ ਨੇ ਤਾਂ ਪਹਿਲੇ ਹੀ ਐਸੇ ਪ੍ਰਮਾਣ ਦੇ ਦੇ ਕਰਕੇ ਵੇਦਾਂ ਸ਼ਾਸਤਰਾਂ ਦੇ ਸਾਨੂੰ ਸਾਰਿਆਂ ਨੂੰ ਚੁੱਪ ਕਰਵਾਤਾ। ਸਾਬਤ ਕੋਏ ਨਾ ਉੱਤਰ ਆਵਾ। ਸਾਬਤ ਜਿਵੇਂ ਕਹਿੰਦੇ ਠੋਸ ਕੋਈ ਵੀ ਇਹ ਉੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਦੇ ਨਹੀਂ ਸਕਿਆ। ਹੇ ਫਕੀਰ ਤੈਂ ਕੀਨ ਕੁਕਰਮਾ। ਪਰ ਫਿਰ ਵੀ ਉਹਨਾਂ ਦਾ ਪ੍ਰੇਰਿਆ ਹੋਇਆ ਹੌਲੀ ਜੀ ਬੋਲ ਕੇ ਕਹਿਣ ਲੱਗਾ, ਫਕੀਰ ਸਾਈਂ ਵਜਨ ਤਾਂ ਤੇਰੇ ਠੀਕ ਨੇ, ਇਹਨਾਂ ਦੇ ਉੱਪਰ ਕੋਈ ਅਸੀਂ ਆਪਣੇ ਵੱਲੋਂ ਤਰਕ ਵੀ ਨਹੀਂ ਕਰ ਸਕਦੇ। ਪਰ ਫਿਰ ਵੀ ਸੂਰਜ ਗ੍ਰਹਿਣ ਦੇ ਟਾਈਮ ਤੇ ਇੱਕ ਬਹੁਤ ਵੱਡਾ ਤੈਂ ਆ ਕੇ ਪਾਪ ਕੀਤਾ। ਪੁਰਬ ਦਿਵਸ ਪੁੰਨ ਭਾਖਤ ਧਰਮਾ। ਵੈਦ ਸਾਤਰ ਇਸ ਧਰਮ ਨੂੰ
ਬਾਰ-ਬਾਰ ਪੁਕਾਰ ਕੇ ਸੁਣਾਉਂਦੇ ਹਨ ਵੀ ਇਹਨਾਂ ਟਾਈਮਾਂ 'ਤੇ ਤਾਂ ਪ੍ਰਾਣੀਆਂ ਨੂੰ ਜਥਾਯੋਗ ਦਾਨ ਪੁੰਨ ਕਰਨਾ ਬਣਦਾ ਹੈ। ਕਿਸ ਪ੍ਰਕਾਰ ਤੂੰ ਹਮੈ ਬਤਾਵੇਂ। ਪਰ ਸਾਨੂੰ ਤੂੰ ਕਹਿਣਾ ਵੀ ਅਸੀਂ ਆਪਣੇ ਧਰਮ ਦੇ ਵਿੱਚ ਉਸੇ ਤਰ੍ਹਾਂ ਦ੍ਰਿੜ ਪਰਪੱਕ ਖੜੇ ਆ। ਜਿਹੇ ਸਭ ਸ਼ਾਸਤਰ ਦੋਸ਼ ਲਗਾਵੇਂ। ਹੁਣ ਇਹੋ ਜੇ ਪੁਰਬਾਂ ਦੇ ਟਾਈਮ ਤੇ ਅੱਗ ਬਾਲਣੀ ਚੁੱਲ੍ਹੇ 'ਚ, ਇਹਨੂੰ ਤਾਂ ਵੇਦਾਂ ਸ਼ਾਸਤਰਾਂ ਦੇ ਵਿੱਚ ਬੜਾ ਗੁਨਾਹ, ਬਹੁਤ ਵੱਡਾ ਦੋਸ਼ ਗਿਣਿਆ ਜਾਂਦਾ ਹੈ। ਦਾਨ ਇਸ਼ਨਾਨ ਪੂਜ ਬੇਕਾਲਾ। ਦੇਖੋ ਚਾਰੇ ਵਰਨਾਂ ਦੇ ਲੋਕ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਆ ਕੇ ਇੱਥੇ ਦਾਨ ਪੁੰਨ ਆ ਸਰੋਵਰ 'ਚ ਇਸ਼ਨਾਨ ਕਰ ਰਹੇ ਹਨ। ਆਮਿਖ ਰੀਦਤ ਪਾਪ ਵਿਸਾਲਾ। ਜੋ ਤੁਸੀਂ ਇਸ ਕੋਰੇ ਘੜੇ ਦੇ ਵਿੱਚ ਪਾ ਕਰਕੇ ਮਾਸ ਰਿੰਨ੍ਹਣਾ ਰੱਖਿਆ, ਇਹਦਾ ਬਹੁਤ ਵੱਡਾ ਪਾਪ ਕੀਤਾ ਹੈ। ਕੈਸੋ ਤੇਰੋ ਇਹ ਸਿਧਾਂਤਾ। ਨਾਨੋ ਪੰਡਤ ਕਹਿਣ ਲੱਗਿਆ ਵੀ ਤੁਹਾਡੇ ਸਿਧਾਂਤ ਦੀ ਸਾਨੂੰ ਕੋਈ ਅਜੇ ਤੱਕ ਸਮਝ ਨਹੀਂ ਪਈ ਹੈ। ਉੱਤਰ ਦੇ ਨਤ ਹੋਏ ਹੈ ਪਾਤਾ। ਵੀ ਕੋਈ ਨਾ ਕੋਈ ਸਾਨੂੰ ਉੱਤਰ ਦੇ ਦੇ, ਨਹੀਂ ਤਾਂ ਫਿਰ ਤੁਹਾਨੂੰ ਮਾਰਨ ਦੇ ਲਈ ਸਾਰੇ ਪੰਡਤ ਵੀ ਉਦਾਸੀ ਨਿਰਮਲੇ ਤਿਆਰ ਖੜੇ ਹਨ। ਦੋਹਰਾ ਸਭ ਬਿਦ ਬੇਤਾ ਸਤਿਗੁਰੂ। ਹੁਣ ਸਤਿਗੁਰੂ ਜੀ ਸਰਬੱਗ ਤਰਕਾਲ ਦਰਸ਼ੀ ਹਨ। ਉੱਥੇ ਇਹੋ ਜਿਹੇ ਬ੍ਰਾਹਮਣਾਂ ਦਾ ਕੀ ਜ਼ੋਰ ਚੱਲਣਾ ਹੈ। ਬੋਲੇ ਬਚ ਤਤਕਾਲ। ਉਸੇ ਬਾਤ ਮਹਾਰਾਜ ਨੇ ਫਿਰ ਦੂਜਾ ਜਿਹੜਾ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ, ਇਹਨਾਂ ਦੇ ਮਨ ਦਾ ਜਿਹੜਾ ਭਰਮ ਦੂਰ ਕਰਨ ਦੇ ਲਈ। ਦਵਿਜ ਸੰਨਿਆਸੀ ਅਪਰ ਨਰ। ਜਿਹੜੇ ਸੰਨਿਆਸੀ ਵੀ ਪੰਡਤ ਵੀ ਬਹੁਤ ਸਾਰੇ ਹੋਰ ਪੜ੍ਹੇ ਲਿਖੇ ਸਾਧੂ ਮਹਾਤਮਾ ਗੁਰੂ ਬਾਬਾ ਜੀ ਦੇ ਤਕਰੀਬਨ ਬੜਾ ਨੇੜੇ ਹੋ ਕੇ ਬਹਿ ਗਏ ਸਾਰੇ ਹੀ। ਸੁਨ ਹੈ ਭੀਰ ਵਿਸਾਲ। ਔਰ ਯਾਤਰੂਆਂ ਦੀ ਬਹੁਤ ਜ਼ਿਆਦਾ ਭੀੜ ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਸ ਇਕੱਠੀ ਹੋ ਗਈ। ਮਹੱਲਾ ਪਹਿਲਾ। ਮਾਸ ਮਾਸ ਕਰ ਮੂਰਖ ਝਗੜੇ। ਸਤਿਗੁਰੂ ਜੀ ਕਹਿਣ ਲੱਗੇ ਵੀ ਮਾਸ ਖਾਣਾ ਮਾੜਾ ਹੈ, ਇਹ ਚੰਗਾ ਨਹੀਂ। ਇਹੋ ਜਿਹੀਆਂ ਗੱਲਾਂ ਬਾਤਾਂ ਕਰਕੇ ਤੁਹਾਡੇ ਵਰਗੇ ਜਿਹੜੇ ਮੂਰਖ ਐਵੇਂ ਝਗੜਾ ਵਾਦ ਵਿਵਾਦ ਕਰਦੇ ਹੀ ਰਹਿੰਦੇ ਹਨ। ਗਿਆਨ ਧਿਆਨ ਨਹੀਂ ਜਾਣੈ। ਗਿਆਨ ਧਿਆਨ ਨਹੀਂ ਜਾਣੈ। ਗਿਆਨ ਹੁੰਦਾ ਹੈ ਨਿਰਗੁਣ ਪਰਮਾਤਮਾ ਦਾ, ਧਿਆਨ ਹੈ ਸਰਗੁਣ ਪ੍ਰਭੂ ਦਾ। ਉਹਦੇ ਬਾਰੇ ਅਜੇ ਤੱਕ ਤੁਸੀਂ ਕੋਈ ਮਨ ਦੇ ਵਿੱਚ ਸੋਝੀ ਨਹੀਂ ਪ੍ਰਾਪਤ ਕੀਤੀ ਹੈ। ਕੌਣ ਮਾਸ ਕੌਣ ਸਾਗ ਕਹਾਵੈ। ਸਤਿਗੁਰੂ ਜੀ ਕਹਿਣ ਲੱਗੇ ਤੁਹਾਨੂੰ ਤਾਂ ਅਜੇ ਤੱਕ ਇਹ ਨਹੀਂ ਨਾ ਪਤਾ ਲੱਗਿਆ ਕੌਣ ਮਾਸ ਕੌਣ ਸਾਗ ਕਹਾਵੈ, ਵੀ ਕਿਹੜੇ ਮਾਸ ਖਾਂਦੇ ਨੇ, ਕਿਹਨਾਂ ਨੇ ਇਹੋ ਜਿਹੜਾ ਸ਼ਾਕਾਹਾਰੀ ਭੋਜਨ ਖਾਣਾ ਆਰੰਭ ਕੀਤਾ ਹੋਇਆ ਹੈ, ਕੌਣ ਮਾਸ। ਸਤਿਗੁਰੂ ਜੀ ਕਹਿਣ ਲੱਗੇ ਵੀ ਦਿੰਦੇ ਮੌਕੇ ਤਾਂ ਤੁਸੀਂ ਇਸ ਮਾਸ ਤੋਂ ਮਨ ਦੇ ਵਿੱਚ ਬੜੀ ਨਫ਼ਰਤ ਬੜੀ ਗਲਾਨੀ ਧਾਰਨ ਕਰਦੇ ਹੋ ਵੀ ਆ ਤਾਂ ਭੈੜੀ ਵਾਸਨਾ ਆਉਂਦੀ ਹੈ, ਸਾਡੇ ਨੱਕ ਨੂੰ ਨੇੜੇ ਨਹੀਂ ਜਾਣਾ ਚਾਹੁੰਦੇ। ਪਰ ਰਾਤ ਦੇ ਟਾਈਮ 'ਤੇ ਇਹੋ ਜਿਹੇ ਦੁਨਿਆਵੀ ਰੰਗ ਰਲੀਆਂ ਦੇ ਸੁੱਖਾਂ ਨੂੰ ਜੋ ਭੋਗਦੇ ਉਹ ਵੀ ਇੱਕ ਤਰ੍ਹਾਂ ਦਾ ਮਾਸ ਹੀ ਖਾਣੇ ਨਾ। ਕੌਣ ਮਾਸ ਕੌਣ ਸਾਗ ਕਹਾਵੈ, ਵੀ ਜਿਹੜੇ ਨੇ ਵੇਦਾਂ ਸ਼ਾਸਤਰਾਂ ਦੇ ਵਿੱਚ ਅਵਹਿਤ ਕਰਮ ਉਹਨਾਂ ਨੂੰ ਧਾਰਨ ਕੀਤਾ ਹੈ, ਅਤੇ ਜਿਹੜੇ ਵੇਦ ਜਿਨ੍ਹਾਂ ਦੇ ਕਰਨ ਦੇ ਲਈ ਵੇਦਾਂ ਸ਼ਾਸਤਰਾਂ ਦੀ ਹੈਗੀ ਆਗਿਆ ਸਾਗ ਦੇ ਸਮਾਨ, ਉਹਨਾਂ ਨੂੰ ਤੁਸੀਂ ਤਿਆਗੀ ਬੈਠੇ ਹੋ। ਕਿਸ ਮਹਿ ਪਾਪ ਸਮਾਣੇ। ਕੋਈ ਤੁਹਾਨੂੰ ਪਤਾ ਨਹੀਂ ਲੱਗਾ ਵੀ ਕਿਹਦੇ ਵਿੱਚ ਪਾਪ ਸਮਾਏ ਹੋਏ ਹਨ। ਗੈਂਡਾ ਮਾਰ ਹੋਮ ਜਗ ਕੀਏ। ਗੈਂਡਾ ਮਾਰ ਹੋਮ ਜਗ ਕੀਏ,
ਦੇਵਤਿਆਂ ਕੀ ਬਾਣੇ, ਇਹ ਦੇਵਤਿਆਂ ਦੀ ਆਦਤ ਬਾਣ ਚਲੀ ਆਉਂਦੀ ਹੈ ਵੀ ਜਿਹੜੇ ਗੈਂਡਾ ਮਾਰ ਕਰਕੇ ਬੜੇ ਬੜੇ ਹਵਨ ਵਗੈਰਾ ਵੇਦਾਂ ਦੇ ਮੰਤਰਾਂ ਨੂੰ ਪੜ੍ਹ ਕਰਕੇ ਕਰਦੇ ਹਨ। ਦੇਵਤਿਆਂ ਕੀ ਬਾਣੇ, ਇਹ ਦੇਵਤਿਆਂ ਦੀ ਬਾਣ ਹੈ। ਗੈਂਡਾ ਮਾਰ, ਗੋਮੈਦ ਇਤਿਆਦਿਕ ਪਹਿਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਜੱਗ ਕੀਤੇ ਜਾਂਦੇ, ਜਿਹੜੇ ਸੀ ਉਹ ਜੇ ਬੜੇ ਪੜ੍ਹੇ ਲਿਖੇ ਵੇਦਾਂ ਮੰਤਰਾਂ ਦੇ ਗਿਆਤਾ, ਉਹਨਾਂ ਨੇ ਵੇਦਾਂ ਦੇ ਮੰਤਰਾਂ ਦੇ ਬਲ ਦੁਆਰਾ ਉਹਨਾਂ ਨੂੰ ਦੁਬਾਰਾ ਜਿਉਂਦੇ ਵੀ ਕਰ ਦਿੰਦੇ ਸੀ। ਗੈਂਡਾ ਮਾਰ, ਹੋਮ ਜੱਗ ਕੀਏ ਵੀ ਗੈਂਡੇ ਨੂੰ ਮਾਰ ਕੇ ਹਵਨ, ਕਿਤਨੇ ਵੱਡੇ ਵੱਡੇ ਜੱਗ ਕਰਦੀ ਤਾਂ ਦੇਵਤਿਆਂ ਨੂੰ ਬਾਣ ਪਈ ਹੋਈ ਹੈ। ਮਾਸ ਛੋੜ ਬੈਸ ਨੱਕ ਪਕੜੈ ਹੈ, ਮਾਸ ਛੋੜ ਦਿੰਦੇ ਮੌਕੇ ਜੇ ਕਿਤੇ ਮਾੜੀ ਜੀ ਬਾਸਨ ਆ ਗਈ, ਮਾਸ ਤੇ ਰਹਿਣ ਦੀ ਨੱਕ ਫੜ ਕੇ ਬਹਿ ਜਾਣੇ ਉਸੇ ਟਾਈਮ ਤੇ। ਰਾਤੀ ਮਾਨਸ ਖਾਣੇ, ਰਾਤੀ ਮਾਨਸ ਖਾਣੇ ਪਾਪ, ਰਾਤ ਦੇ ਟਾਈਮ ਤੇ ਜੋ ਪਰਾਈ ਇਸਤਰੀਆਂ ਦੇ ਨਾਲ ਗਵਨ ਕਰਨਾ, ਇਹੋ ਜਿਹਾ ਮਾਸ ਖਾਣ ਤੋਂ ਤੁਸੀਂ ਕੋਈ ਵੀ ਮਨ ਦੇ ਵਿੱਚ ਕਦੇ ਸੰਕੋਚ ਨਹੀਂ ਕੀਤਾ। ਫੜ ਕਰ ਲੋਕਾਂ ਨੂੰ ਦਿਖਲਾਵ ਹੈ, ਇੱਕ ਦਿਖਾਵੇ ਮਾਤਰ ਲੋਕਾਂ ਨੂੰ ਸਾਹਮਣੇ ਆਪਣਾ ਜਿਹੜਾ ਨੱਕ ਇੱਕ ਪਾਸੋਂ ਉਂਗਲੀ ਦੇ ਨਾਲ ਦਬਾ ਕਰਕੇ ਦਿਖਾਦੇ ਨੇ ਵੀ ਇਹ ਜਿਹੜੀ ਭੈੜੀ ਵਾਸਨਾ ਸਾਤੋਂ ਚੱਲੀ ਨਹੀਂ ਜਾਂਦੀ ਹੈ। ਗਿਆਨ ਧਿਆਨ ਨਹੀਂ ਸੂਝੈ, ਗਿਆਨ ਧਿਆਨ ਨਹੀਂ ਸੂਝੈ, ਨਿਰਗੁਣ ਪ੍ਰਭੂ ਦਾ ਗਿਆਨ, ਸਰਗੁਣ ਪਰਮਾਤਮਾ ਦਾ ਧਿਆਨ, ਉਹ ਤਾਂ ਤੁਸੀਂ ਕਦੇ ਵੀ ਐਸਾ ਮਨ ਦੇ ਵਿੱਚ ਉਹ ਧਾਰਨ ਨਹੀਂ ਕੀਤਾ, ਉਹਦੀ ਕੋਈ ਐਸੀ ਵਿਚਾਰ ਨਹੀਂ ਪ੍ਰਾਪਤ ਹੋਈ ਹੈ। ਨਾਨਕ ਅੰਧੇ ਸਿਉ ਕਿਆ ਕਹੀਐ, ਗੁਰੂ ਬਾਬਾ ਜੀ ਕਹਿਣ ਲੱਗੇ ਨਾਨਕ ਅੰਧੇ ਸੋ ਕਿਆ ਕਹੀਏ, ਵੀ ਜਿਹੜੀ ਹੈਗੀ ਇਹਨੇ ਉਹਨਾਂ ਨੂੰ ਕੀ ਉਪਦੇਸ਼ ਦੇ ਕਰਕੇ ਸਮਝਾਉਣਾ ਕਰੀਏ। ਕਹਿ ਨਾ ਕਹਿਆ ਬੂਝੈ, ਕਹਿ ਨਾ ਕਹਿਆ ਬੂਝੈ, ਵੀ ਉਹਨਾਂ ਨੂੰ ਸਾਡੇ ਕੀਤੇ ਹੋਏ ਬਚਨਾਂ ਦੀ ਕੋਈ ਮਤ ਦੇ ਵਿੱਚ ਸਮਝ ਤਾਂ ਪੈਣੀ ਨਹੀਂ। ਕਹਿ ਨਾ ਆਪਣੇ ਵੱਲੋਂ ਦੱਸਣਾ ਕੁਝ, ਕਹਿ ਨਾ ਕਹਿਆ ਬੂਝੈ, ਨਾ ਸਾਡੇ ਬਚਨਾਂ ਦੀ ਕੋਈ ਉਹਨਾਂ ਨੂੰ ਬੁੱਧੀ ਦੇ ਵਿੱਚ ਸਮਝ ਵੀ ਨਹੀਂ ਪੈਣੀ ਹੈ। ਅੰਧਾ ਸੋਏ ਜੇ ਅੰਧ ਕਮਾਵੇ, ਸਤਿਗੁਰੂ ਜੀ ਦੇ ਸਾਹਮਣੇ ਉਸ ਸਮੇਂ ਨਾਨੂ ਪੰਡਤ ਬੋਲ ਉੱਠਿਆ, ਸਾਰੀ ਲੋਕਾਂ ਦੀ ਭੀੜ ਦੇ ਸਾਹਮਣੇ ਕਹਿਣ ਲੱਗਿਆ ਨਾਨਕ ਜੀ ਅਸੀਂ ਤਾਂ ਸਮਝਾ ਕੇ ਬੈਠੇ ਹਾਂ, ਦੀਂਦਾ ਨਾ, ਪਰ ਤੁਸੀਂ ਸਾਰੇ ਲੋਕਾਂ ਦੇ ਸਾਹਮਣੇ ਸਾਨੂੰ ਅੰਨਿਆਂ ਦੇ ਸਮਾਨ ਕਹੀਂ ਜਾਂਦੇ ਹੋ। ਉਸ ਸਮੇਂ ਦੁਬਾਰਾ ਅੰਧਾ ਸੋਏ ਜੇ ਅੰਧ ਕਮਾਵੇ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਪੰਡਤ ਜੀ ਅੰਨਾ ਦਰਅਸਲ ਉਹੀ ਹੈ ਜਿਹੜੇ ਇਹੋ ਜਿਹੇ ਖੋਟੇ ਕਰਮਾਂ ਨੂੰ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕਰਕੇ ਕਮਾਉਂਦੇ ਹਨ। ਤਿਸ ਹਿਰਦੈ ਸੇ ਲੋਚਨ ਨਾਹੀ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਅਗੇ ਬੈਰਾਗ ਤੇ ਗਿਆਨ ਦੇ ਜਿਹੜੇ ਨੇਤਰ ਨਹੀਂ ਪੈਦਾ ਹੋਏ ਹਨ। ਮਾਤ ਪਿਤਾ ਕੀ ਰਕਤ ਨਿਪੰਨੇ, ਆ ਜਿਹੜਾ ਜੀਵ ਇੱਕ ਮਾਂ ਔਰ ਪਿਤਾ ਦੀ ਇੱਕ ਮਾੜੇ ਜਿਹੇ ਕਤਰੇ ਤੋਂ ਜਿਹੜਾ ਸਰੀਰ ਵਾਹਿਗੁਰੂ ਨੇ ਆਪਣੀ ਸੱਤਿਆ ਦੇ ਨਾਲ ਪੈਦਾ ਕੀਤਾ ਹੋਇਆ। ਮੱਛੀ ਮਾਸ ਨਾ ਖਾਹੀ, ਮੱਛੀ ਮਾਸ ਨਾ ਖਾਈ, ਤੁਸੀਂ ਕਹਿੰਦੇ ਵੀ ਮੱਛੀ ਦਾ ਮਾਸ ਤਾਂ ਬੜਾ ਮਾੜਾ ਜੀ, ਇਹ ਤਾਂ ਅਸੀਂ ਖਾਣਾ ਨਹੀਂ। ਮੱਛੀ ਮਾਸ ਨਾ ਖਾਈ, ਦਿਨ ਦੇ ਮੌਕੇ ਤਾਂ ਇਹਦਾ ਤੁਸੀਂ ਬੜਾ ਤਿਆਗ ਕਰੀ ਬੈਠੇ ਹੋ। ਇਸਤਰੀ ਪੁਰਖ ਹੈ ਜਾਨ ਨਿਸ ਮੇਲਾ, ਪਰ ਜਦੋਂ ਰਾਤ ਦੇ ਟਾਈਮ ਤੇ ਦੰਪਤੀ ਦਾ ਮੇਲ ਮਿਲਾਪ ਹੁੰਦਾ ਹੈ, ਉਥੈ ਮੰਦ ਕਮਾਹੀ, ਉੱਥੇ ਵੀ ਸਰੀਰ ਦੁਆਰਾ ਇਹੋ ਜਿਹੇ
ਮੰਦੇ ਜਿਹੜੇ ਕਰਮ ਕੀਤੇ ਜਾਂਦੇ ਹਨ। ਮਾਸਹੁ ਨਿੰਮੇ ਮਾਸਹੁ ਜੰਮੇ। ਮਾਸੋ ਨਿੰਮੇ, ਸਤਿਗੁਰੂ ਜੀ ਕਹਿਣ ਲੱਗੇ ਵੀ ਪਿਤਾ ਦੀ ਰਗਤ ਤੇ ਮਾਤਾ ਦੀ ਜਿਹੜੀ ਰਗਤ ਹੈ, ਪਿਤਾ ਦਾ ਜਿਹੜੀ ਦਾਤ ਹੈ, ਉਹ ਤੋਂ ਫਿਰ ਸਰੀਰ ਦੀ ਜਿਹੜੀ ਪੈਦਾਸ਼ ਹੋਇਆ ਕਰਦੀ ਹੈ। ਮਾਸੋ ਜੰਮੇ ਮਾਸੋ ਨਿੰਮੇ। ਫਿਰ ਇਸ ਮਨੁੱਖ ਦੀ ਪਾਲਣਾ ਕਿੱਥੇ ਹੁੰਦੀ ਹੈ? ਮਾਤਾ ਦੇ ਉਦਰ ਦੇ ਵਿੱਚ ਹੀ। ਮਾਸੋ ਜੰਮੇ ਮਾਸੋ ਨਿੰਮੇ, ਉਸ ਦੇ ਵਿੱਚ ਹੀ ਇਸ ਦਾ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਵੱਧਦਾ ਰਹਿੰਦਾ ਹੈ। ਹਮ ਮਾਸੈ ਕੇ ਭਾਂਡੇ। ਵੀ ਅਸੀਂ ਤਾਂ ਇੱਕ ਬਸ ਮਾਸ ਦੇ ਹੀ ਭਾਂਡੇ ਬਣੇ ਹੋਏ ਹਾਂ। ਗਿਆਨ ਧਿਆਨ ਕਛ ਸੂਝੈ ਨਾਹੀ। ਅਜੇ ਤੱਕ ਤੁਹਾਨੂੰ ਕੋਈ ਵੀ ਨਿਰਗੁਣ ਪਰਮਾਤਮਾ ਦਾ ਗਿਆਨ, ਸਰਗੁਣ ਦਾ ਜਿਹੜਾ ਧਿਆਨ ਮਨ ਦੇ ਵਿੱਚ ਨਹੀਂ ਸੁਝਿਆ। ਚਤੁਰ ਕਹਾਵੈ ਭਾਂਡੇ। ਐ ਭਾਂਡੇ ਤੁਸੀਂ ਆਪਣੇ ਆਪ ਨੂੰ ਬੜੇ ਚੁਸਤ ਚਲਾਕ ਕਹਾਉਣ ਲੱਗ ਪਏ ਹੋ। ਆ ਬੜੇ ਭੋਲੇ ਭਾਲੇ ਲੋਕਾਂ ਦੇ ਵਿੱਚ। ਬਾਹਰ ਕਾ ਮਾਸ ਮੰਦਾ ਸੁਆਮੀ। ਸਤਿਗੁਰੂ ਜੀ ਕਹਿਣ ਲੱਗੇ ਬਾਹਰ ਕਾ ਮਾਸ ਮੰਦਾ ਸੁਆਮੀ, ਵੀ ਜਿਹੜੇ ਹੋਰ ਨੇ ਨਾ ਨੀਚ ਜਾਤੀ ਵਾਲੇ ਸ਼ੂਦਰ, ਉਹਨਾਂ ਨੂੰ ਤਾਂ ਕਹਿੰਦੇ ਵੀ ਇਹ ਤਾਂ ਬੜੇ ਮਾੜੇ ਨੇ, ਇਹਨਾਂ ਦਾ ਅਸੀਂ ਪਰਛਾਵਾਂ ਵੀ ਲੈਣ ਵਾਸਤੇ ਤਿਆਰ ਨਹੀਂ। ਦੁਬਾਰਾ, ਬਾਹਰ ਕਾ ਮਾਸ ਮੰਦਾ ਸੁਆਮੀ। ਬਾਹਰ ਕਾ ਮਾਸ ਮੰਦਾ ਸੁਆਮੀ, ਜਿਹੜੇ ਹੋਰ ਲੋਕ ਉਹਨਾਂ ਨੂੰ ਤੁਸੀਂ ਮਨ ਦੇ ਵਿੱਚ ਬੜਾ ਮਾੜਾ ਸਮਝਦੇ ਹੋ। ਘਰ ਕਾ ਮਾਸ ਚੰਗੇਰਾ। ਪਰ ਜਿਹੜੇ ਤੁਹਾਡੇ ਘਰ ਦੇ ਮੈਂਬਰ, ਧੀਆਂ ਪੁੱਤਰ, ਉਹਨਾਂ ਨੂੰ ਕਿਤਨਾ ਚਿੱਤ ਦੇ ਵਿੱਚ ਚੰਗਾ ਮੰਨੀ ਬੈਠੇ ਹੋ। ਜੀ ਜੰਤ ਸਭ ਮਾਸਹੁ ਹੋਏ। ਪਰ ਜਿਤਨੇ ਵੀ ਜੀਵ ਜੰਤੇ ਤਾਂ ਸਾਰੇ ਮਾਸ ਤੋਂ ਹੀ ਪੈਦਾ ਹੋਏ ਹਨ। ਜੀਏ ਲਿਆ ਵਾਸੇਰਾ। ਤੇ ਇਹਨਾਂ ਦਾ ਵਾਸਾ ਵੀ ਹਮੇਸ਼ਾ ਵਾਸਤੇ ਮਾਸ ਦੇ ਵਿੱਚ ਹੀ ਹੋਇਆ ਕਰਦਾ ਹੈ। ਅਪੱਖ ਭਖ ਹੈ ਭਖ ਤਜ ਛੋੜ ਹੈ। ਅਪੱਖ ਪਕੈ, ਜਿਹੜੇ ਨੇ ਨਾ ਖਾਣ ਯੋਗ ਪਦਾਰਥ, ਉਹਨਾਂ ਨੂੰ ਤਾਂ ਤੁਸੀਂ ਬਿਨਾ ਸੰਗ ਸ਼ਰਮ ਤੋਂ ਖਾਣੇ ਹੋ। ਅਪੱਖ ਪਕੈ, ਪੱਖ ਤਾਂ ਛੋੜੇ, ਜਿਹੜੇ ਖਾਣ ਯੋਗ ਸ਼ਾਕਾਹਾਰੀ, ਉਹਨਾਂ ਭੋਜਨਾਂ ਦਾ ਤਿਆਗ ਕੀਤਾ ਹੋਇਆ। ਅੰਧ ਗੁਰੂ ਜਿਨ ਕੇਰਾ। ਹੁਣ ਜਿਨ੍ਹਾਂ ਨੇ ਐਸੇ ਅਗਿਆਨੀ ਅੰਧੇ ਗੁਰੂ ਧਾਰਨ ਕੀਤੇ ਹੋਏ ਹਨ। ਮਾਸਹੁ ਨਿੰਮੇ ਮਾਸਹੁ ਜੰਮੇ। ਸਤਿਗੁਰੂ ਜੀ ਕਹਿਣ ਲੱਗੇ ਮਾਸੋ ਨਿੰਮੇ ਮਾਸੋ ਜੰਮੇ। ਇਹ ਜਿਹੜੇ ਪ੍ਰਾਣੀ ਮਾਸ ਤੋਂ ਹੀ ਪੈਦਾ ਹੁੰਦੇ ਹਨ ਤੇ ਮਾਸ ਦੇ ਵਿੱਚ ਹੀ ਇਹਨਾਂ ਦੇ ਸਰੀਰਾਂ ਦੀ ਹਮੇਸ਼ਾ ਵਾਸਤੇ ਪਾਲਣਾ ਪੋਸ਼ਣਾ ਹੋ ਰਹੀ ਹੈ। ਹਮ ਮਾਸੈ ਕੇ ਭਾਂਡੇ। ਇਹ ਤਾਂ ਇੱਕ ਵਾਹਿਗੁਰੂ ਨੇ ਆਪਣੀ ਤਾਕਤ ਦੁਆਰਾ ਇਹੋ ਜਿਹਾ ਇੱਕ ਮਾਸ ਦਾ ਕੱਚਾ ਜਿਹੀ ਭਾਂਡਾ ਰਚਿਆ ਹੋਇਆ। ਗਿਆਨ ਧਿਆਨ ਕਛ ਸੂਝੈ ਨਾਹੀ। ਅਜੇ ਤੱਕ ਤੁਹਾਨੂੰ ਨਿਰਗੁਣ ਪਰਮਾਤਮਾ ਦਾ ਗਿਆਨ, ਸਰਗੁਣ ਪ੍ਰਭੂ ਦਾ ਧਿਆਨ ਉਹ ਮਨ ਦੇ ਅੰਦਰ ਨਹੀਂ ਸੁਝਿਆ। ਉੱਪਰੋਂ ਉੱਪਰੋਂ ਬੜਾ ਪਾਖੰਡ ਲੋਕਾਂ ਨੂੰ ਕਰਕੇ ਦਿਖਾਈ ਜਾਂਦੇ ਹੋ। ਚਤੁਰ ਕਹਾਵੈ ਭਾਂਡੇ। ਵਿਦਿਆ ਦੇ 4 ਅੱਖਰ ਪੜ੍ਹ ਕੇ ਆਪਣੇ ਆਪ ਨੂੰ ਤੁਸੀਂ ਬੜਾ ਸਿਆਣਾ ਸਮਝਿਆ ਹੋਇਆ। ਮਾਸ ਪੁਰਾਣੀ ਮਾਸ ਕਤੇਬੀ। ਸਤਿਗੁਰੂ ਜੀ ਕਹਿ ਲਗੇ ਮਾਸ ਪੁਰਾਣੀ, ਵੀ ਦੇਖੋ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਜਦੋਂ ਰਾਜੇ ਮਹਾਰਾਜੇ ਕੋਈ ਐਸਾ ਜਗ ਤਾਂ ਵੀ ਉੱਥੇ ਮਾਸ ਦੀ ਵਰਤੋਂ ਹੁੰਦੀ ਹੈ। ਮਾਸ ਕਤੇਬੀ ਇਸੇ ਤਰ੍ਹਾਂ ਇਸਲਾਮਾਂ ਦੇ ਵਿੱਚ ਕੀ ਇਹੋ ਜਿਹੇ ਪਸ਼ੂਆਂ ਦੀਆਂ ਕੁਰਬਾਨੀਆਂ, ਉਹਨਾਂ ਦੀਆਂ ਬਲੀਆਂ ਦਿੱਤੀਆਂ ਦਿੰਦੇ ਹਨ। ਚਾਹ ਜੁਗ ਮਾਸ ਕਮਾਣਾ। ਇਹ ਤਾਂ 4 ਯੁੱਗਾਂ ਦੇ ਵਿੱਚ ਹੀ ਮਾਸ ਦੀ ਮਰਜ਼ਾਦਾ ਚਲੀ ਆਉਂਦੀ ਹੈ। ਜਜ ਕਾਜ ਵੀ ਆਹੇ ਸੁਹਾਵੈ। ਜਜ ਕਾਜ
ਵੀ ਆਏ ਸੁਹਾਵ ਹੈ, ਚਾਹੇ ਵਿਆਹ ਸ਼ਾਦੀਆਂ, ਚਾਹੇ ਕੋਈ ਦੇਵੀ ਦੇਵਤਿਆਂ ਦੀ ਜੋ ਵੀ ਪੂਜਾ ਪ੍ਰਤਿਸ਼ਠਾ ਕਰਨੀ ਹੈ, ਉਥੈ ਮਾਸ ਸਮਾਣਾ। ਔਰ ਦੇਵਤਿਆਂ ਦੇ ਅੱਗੇ ਵੀ ਵੱਡੀਆਂ ਵੱਡੀਆਂ ਬਲੀਆਂ ਚੜ੍ਹਦੀਆਂ ਨੇ ਪਹਿਲਾਂ ਤੋਂ ਹੀ। ਇਸੇ ਤਰ੍ਹਾਂ ਅਗਰ ਵੱਡੇ ਵੱਡੇ ਜੱਗ ਕਰਨ ਵੇਲੇ ਉਸ ਸਮੇਂ ਵੀ ਕਈ ਗੈਂਡਾ ਮਾਤ ਗੋਮੇ ਦੇ ਇਤਿਆਦਿ ਜਾਨਵਰਾਂ ਦੁਆਰਾ ਇਹ ਆਪਣੇ ਹਵਨ ਜਾਂ ਫਿਰ ਜੱਗ ਵਗੈਰਾ ਕਰਦੇ ਹਨ। ਇਸਤਰੀ ਪੁਰਖ ਨਿਪਜਹਿ ਮਾਸੋਂ। ਕੋਈ ਵੀ ਹੈ, ਚਾਹੇ ਇਸਤਰੀ ਹੈ ਚਾਹੇ ਪੁਰਸ਼ ਹੈ, ਤਾਂ ਸਾਰੇ ਮਾਸ ਤੋਂ ਹੀ ਵਾਹਿਗੁਰੂ ਨੇ ਪੈਦਾ ਕੀਤੇ ਹੋਏ ਹਨ। ਪਾਤਸ਼ਾਹ ਸੁਲਤਾਨਾ। ਚਾਹੇ ਕੋਈ ਛੋਟਾ ਪਾਤਸ਼ਾਹ, ਚਾਹੇ ਚੱਕਰਵਰਤੀ ਰਾਜਾ ਮਹਾਰਾਜਾ ਬਣਿਆ ਹੋਇਆ, ਜੇ ਓਏ ਦਿਸਹਿ ਨਰਕ ਜਾਂਦੇ। ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ ਵੀ ਅਗਰ ਤੁਸੀਂ ਕਹੋ ਵੀ ਰਾਜੇ ਮਹਾਰਾਜੇ ਜਿਹੜੇ ਮਾਸ ਖਾਂਦੇ ਨੇ, ਪਾਪ ਕਰਦੇ ਨੇ, ਇਹਨਾਂ ਨੇ ਮਰਨ ਤੋਂ ਬਾਅਦ ਨਰਕਾਂ ਦੇ ਵਿੱਚ ਡਿੱਗਣਾ, ਜੇ ਉਹ ਦਿਸੇ ਨਰਕ ਜਾਂਦੇ ਫਿਰ ਤੁਸੀਂ ਦਾਨ ਕਾਹਨੂੰ ਲੈਣੇ ਉਹਨਾਂ ਦੇ ਕੋਲੋਂ। ਕਹਿਣ ਲੱਗੇ ਮਹਾਰਾਜ ਇਹ ਤਾਂ ਹੁਣ ਸਾਡਾ ਧਰਮ ਚੱਲਿਆ ਆਉਂਦਾ ਹੈ, ਪਹਿਲਾਂ ਤੋਂ ਹੀ ਜਜਮਾਨਾਂ ਦੇ ਕੋਲੋਂ ਜਥਾ ਜੋਗ ਦਾਨ ਪੁੰਨ ਗ੍ਰਹਿਣ ਕਰਨਾ। ਉਸ ਸਮੇਂ ਮਹਾਰਾਜ ਨੇ ਫਿਰ ਬਚਨ ਕੀਤਾ ਹੈ, ਤਾਂ ਉਨਕਾ ਦਾਨ ਨਾ ਲੈਣਾ। ਉਹਨਾਂ ਦਾ ਦਾਨ ਲੈਣਾ ਤੁਹਾਨੂੰ ਜੋਗ ਥੋੜ੍ਹਾ ਬਣਦਾ ਹੈ। ਜਿਨ੍ਹਾਂ ਨੇ ਸਰੀਰ ਤਿਆਗਣ ਤੋਂ ਬਾਅਦ ਨਰਕਾਂ ਦੇ ਵਿੱਚ ਬੜੇ ਦੁੱਖਾਂ ਨੂੰ ਭੋਗਣਾ ਹੈ। ਦਿਨ ਦਾ ਨਰਕ ਸੁਰਗ ਲੈਂਦੇ। ਸਤਿਗੁਰੂ ਜੀ ਕਹਿਣ ਲੱਗੇ ਦਿਨ ਦਾ ਨਰਕ, ਦੁਬਾਰਾ, ਦਿਨ ਦਾ ਨਰਕ ਸੁਰਗ ਲੈਂਦੇ। ਦਿਨ ਦਾ ਨਰਕ ਲੈਂਦਾ ਸੁਰਗ, ਵੀ ਦੇਣ ਵਾਲਾ ਤਾਂ ਜਾਂਦਾ ਹੈ ਨਰਕਾਂ ਨੂੰ, ਲੈਣ ਵਾਲੇ ਜਾਣ ਸੁਰਗਾਂ ਨੂੰ। ਇਹ ਤਾਂ ਇੱਕ ਤੁਹਾਡੀ ਧੱਕੇਸ਼ਾਹੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆ ਰਹੀ ਹੈ। ਦੇਖੋ ਇਹੋ ਧਿਆਣਾ। ਇਹ ਤਾਂ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਪ੍ਰਗਟ ਕਰ ਦਿੱਤੀ। ਧੱਕੇ ਨਾਲ ਹੀ ਇਹੋ ਜਿਹੀਆਂ ਵਿਚਾਰਾਂ ਤੁਸੀਂ ਮਨ ਦੇ ਵਿੱਚ ਧਾਰਨ ਕੀਤੀਆਂ ਹੋਈਆਂ ਹਨ। ਆਪ ਨਾ ਬੂਝੈ ਲੋਕ ਬੁਝਾਏ। ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਅਸਲ ਸਚਾਈ ਹੈ ਉਹਨੂੰ ਤਾਂ ਤੁਸੀਂ ਬੁੱਝਿਆ ਨਹੀਂ, ਲੋਕਾਂ ਨੂੰ ਹਰ ਵਕਤ ਉਪਦੇਸ਼ ਕਰੀ ਜਾਂਦੇ ਹੋ ਸਾਰੇ ਇਕੱਠੇ ਹੋ ਕੇ। ਪਾਂਡੇ ਖਰਾ ਸਿਆਣਾ। ਇਹ ਜਿਹੜੇ ਪੰਡਤ ਵਿਦਵਾਨ ਬੜੇ ਸਿਆਣੇ ਬਣੇ ਫਿਰਦੇ ਹਨ। ਪਾਂਡੇ ਤੂੰ ਜਾਣੈ ਹੀ ਨਾਹੀ। ਗੁਰੂ ਬਾਬਾ ਜੀ ਪੁੱਛਣ ਲੱਗੇ ਜਿਹੜਾ ਸੀ ਨਾਨਕ ਚੰਦ ਪੰਡਤ ਆਪਣੇ ਆਪ ਨੂੰ ਕਲਯੁਗ ਦਾ ਅਵਤਾਰ ਅਖਵਾਉਣ ਵਾਲਾ, ਜਿਹੜੇ ਹੋਰ ਬਹੁਤ ਸਾਰੇ ਸੰਨਿਆਸੀ ਬੈਰਾਗੀ ਉਦਾਸੀ ਨਿਰਮਲ ਇਕੱਠੇ ਹੋ ਗਏ ਮਹਾਰਾਜ ਦੇ ਕੋਲ। ਉਹਨਾਂ ਤੋਂ ਹੁਣ ਸਤਿਗੁਰੂ ਜੀ ਪੁੱਛਣ ਲੱਗੇ ਹਨ ਕਿੱਥੋਂ ਮਾਸ ਉਪੰਨਾ। ਵੀ ਤੁਹਾਨੂੰ ਅਜੇ ਤੱਕ ਇਸ ਗੱਲ ਦੇ ਬਾਰੇ ਕੋਈ ਪਤਾ ਨਹੀਂ ਲੱਗਿਆ। ਦੁਬਾਰਾ ਪੜ੍ਹ ਪਹਿਲਾਂ। ਪਾਂਡੇ ਤੂੰ ਜਾਣੈ ਹੀ ਨਾਹੀ। ਐ ਪੰਡਤੋ ਇਸ ਗੱਲ ਨੂੰ ਤਾਂ ਅਜੇ ਤੱਕ ਕੋਈ ਤੁਸੀਂ ਮਨ ਦੇ ਵਿੱਚ ਨਹੀਂ ਜਾਣਿਆ ਕਿੱਥੋਂ ਮਾਸ ਉਪੰਨਾ। ਵੀ ਇਹ ਮਾਸ ਕਿੱਥੋਂ ਪੈਦਾ ਹੋਇਆ ਹੈ। ਤੋਇਓ ਅੰਨ ਕਮਾਦ ਕਪਾਹਾਂ। ਵੀ ਦੇਖੋ ਚਾਹੇ ਅੰਨ ਹੈ, ਕਪਾਦ ਹੈ, ਕਪਾਹ ਹੈ, ਗੰਨਾ, ਇਹ ਸਾਰੀਆਂ ਫਸਲਾਂ ਸਾਰੇ ਅੰਨ ਤੋਇਓ ਪਾਣੀ ਤੋਂ ਹੀ ਪੈਦਾ ਹੋਇਆ ਕਰਦੇ ਹਨ। ਤੋਇਓ ਤਿਰਭਵਨ ਗੰਨਾ। ਤੋਇਓ ਤਿਰਭਵਨ ਗੰਨਾ, ਤਿੰਨੇ ਜਿਹੜੇ ਲੋਕ ਇਹ ਪਾਣੀ ਤੋਂ ਹੀ ਪੈਦਾ ਹੋਏ ਹਨ। ਤੋਆ ਆਖੈ ਹਾਂ ਬਹੁ ਵਿਧ ਹੱਛਾ। ਪਰ ਉਸ ਪਾਣੀ ਨੂੰ ਜੇ ਤੁਸੀਂ ਕਹੋ ਜੀ ਇਹ ਤਾਂ ਬੜਾ ਨਿਰਮਲ ਹੈ, ਬੜਾ ਸ਼ੁੱਧ ਪਵਿੱਤਰ ਮੰਨਦੇ, ਉਸ ਪਾਣੀ ਤੋਂ ਹੀ ਇਹ ਮਾਸ ਪੈਦਾ ਹੋ ਰਿਹਾ ਹੈ। ਤੋਐ ਬਹੁਤ ਵਿਕਾਰਾ। ਮਹਾਰਾਜ ਕਹਿਣ ਲੱਗੇ ਦੇ ਲੋ ਇਸ ਤੋਇਓ, ਇਹਦੇ ਵਿੱਚ ਤਾਂ ਬੜੇ
ਬੇਕਾਰ ਭਰੇ ਹੋਏ ਹਨ। ਇਤੇ ਰਸ ਛੋੜ ਹੋਵੇ ਸੰਨਿਆਸੀ। ਪਰ ਜਿਨ੍ਹਾਂ ਨੇ ਇਹਨਾਂ ਸਾਰੇ ਰਸਾਂ ਕਸਾਂ ਦਾ ਸਦਾ ਵਾਸਤੇ ਤਿਆਗ ਕੀਤਾ ਹੋਇਆ ਹੈ, ਨਾਨਕ ਕਹੈ ਵਿਚਾਰਾ। ਉਹ ਹੈ ਸੰਨਿਆਸੀ, ਤੇ ਉਹੀ ਆਪਣੇ ਆਪ ਨੂੰ ਨਿਰਮਲ ਉਦਾਸੀ ਅਖਵਾ ਸਕਦਾ ਹੈ। ਚੌਪਈ ਮਾਸ ਮਾਸ ਕਰਕੇ ਅਗਿਆਨੀ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਅਗਿਆਨੀ ਮਾਸ ਖਾਣਾ ਨਹੀਂ, ਇਹ ਬੜਾ ਮਾੜਾ ਜੀ। ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਆ, ਬੜੇ ਲੜਾਈ ਝਗੜੇ ਸਮਾਜ ਦੇ ਵਿੱਚ ਪੈਦਾ ਕਰੀ ਜਾਂਦੇ ਹਨ। ਮੂਰਖ ਝਗਰ ਹੈ ਆਨ ਗੁਮਾਨੀ। ਮਾਨੀ ਹੰਕਾਰੀ ਦੂਜਿਆਂ ਦੇ ਨਾਲ ਵੀ ਇਹ ਆ ਕਰਕੇ ਬੜਾ ਬਾਦ ਵਿਵਾਦ ਕਰਦੇ ਰਹਿੰਦੇ ਹਨ। ਗਿਆਨ ਬੈਨ ਕੋ ਸਮਝੈ ਨਾਹੀ। ਪਰ ਗਿਆਨ ਦੇ ਜਿਹੜੇ ਬਚਨ, ਉਹਨਾਂ ਦੀ ਅਜੇ ਤੱਕ ਤੁਹਾਨੂੰ ਕੋਈ ਵੀ ਮਨ ਦੇ ਵਿੱਚ ਸਮਝ ਨਹੀਂ ਪਈ ਹੈ। ਰਚੇ ਦੰਭ ਨਿਜ ਮਾਨ ਬਧਾਹੀ। ਆਪਣੇ ਜੀਵਨ ਦੇ ਵਿੱਚ ਬੜੇ ਦੰਭ, ਬੜੇ ਪਖੰਡ ਵਧਾ ਕਰਕੇ ਤੁਹਾਡੇ ਚਿੱਤ ਦੇ ਵਿੱਚ ਜਾਤੀ ਦਾ, ਵਿਦਿਆ ਦਾ ਵੀ ਬੜਾ ਜਿਹੜਾ ਮਾਣ ਹੰਕਾਰ ਭਰਿਆ ਹੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਵਿੱਚ ਜੋ ਵੀ ਇਹਨਾਂ ਨੇ ਇੱਕ ਆਮ ਪਬਲਿਕ ਨੂੰ ਬੜਾ ਵਹਿਮਾਂ ਔਰ ਪਖੰਡਾਂ ਦੇ ਵਿੱਚ ਪਾਇਆ ਹੋਇਆ ਸੀ, ਸਤਿਗੁਰੂ ਜੀ ਨੇ ਜੋ ਵੀ ਇਹਨਾਂ ਦੇ ਦੰਭ ਕਪਟ ਛਲ ਸਾਰਿਆਂ ਦੇ ਸਾਹਮਣੇ ਪ੍ਰਗਟ ਕਰ ਦਿੱਤੇ ਵੀ ਜਿਹਨੂੰ ਇਹ ਮਾਸ ਮਾਸ ਕਹਿੰਦੇ ਨੇ, ਉਸ ਅਸਲੀ ਮਾਸ ਦਾ ਤਾਂ ਇਹਨਾਂ ਨੇ ਤਿਆਗ ਨਹੀਂ ਕੀਤਾ। ਰਾਹ ਦੇ ਟਾਈਮ 'ਤੇ ਕਿਹੋ ਜਿਹੇ ਦੁਨਿਆਵੀ ਰੰਗ ਰਲੀਆਂ ਦੇ ਸੁੱਖਾਂ ਨੂੰ ਮਾਣਦੇ ਨੇ, ਉਹ ਵੀ ਇੱਕ ਤਰ੍ਹਾਂ ਦਾ ਮਾਸ ਹੀ ਖਾਣਾ ਨਾ। ਜੋ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਮਾਤਾ ਪਰੇ ਜਾ ਮੁਰਦਾਰ ਨਾ ਖਾਏ। ਗਰੀਬਾਂ ਦਾ ਹੱਕ ਖੋ ਕੇ ਖਾਣਾ, ਇਹ ਵੀ ਇੱਕ ਤਰ੍ਹਾਂ ਦਾ ਮਾਸ ਖਾਣ ਦੇ ਬਰਾਬਰ ਹੀ ਹੈ ਨਾ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਮਾਤਾ ਪਰੇ ਜਾ ਮੁਰਦਾਰ ਨਾ ਖਾਏ। ਜੇ ਰਤ ਰਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸ ਤਿਨ ਕਿਉ ਨਿਰਮਲ ਚੀਤ। ਸਤਿਗੁਰੂ ਜੀ ਨੇ ਐਸਾ ਨਹੀਂ ਬਚਨ ਕੀਤਾ ਵੀ ਮਾਸ ਖਾਣਾ ਜਾਇਜ਼ਾ ਨਹੀਂ। ਜਿਹੜੇ ਇੱਕ ਮਨ ਦੇ ਵਿੱਚ ਬੜੀ ਗਿਲਾਨੀ, ਬੜੀ ਨਫ਼ਰਤ ਹੀ ਲੋਕਾਂ ਨੂੰ ਸਾਹਮਣੇ ਕਰ ਕਰਕੇ ਵਿਦਵਾਨ ਕਹਿ ਲਓ, ਪੰਡਤ, ਸੰਨਿਆਸੀ, ਉਦਾਸੀ, ਨਿਰਮਲ, ਜੋ ਵੀ ਕੁਰੂਕਸ਼ੇਤਰ ਦੀ ਧਰਤੀ ਦੇ ਉੱਪਰ ਪਹੁੰਚੇ ਹੋਏ ਸੀ, ਉਹਨਾਂ ਦਾ ਜਿਹੜਾ ਪਾਖੰਡ ਦੰਭ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸ਼ਬਦ ਦੁਆਰਾ ਸਾਰੀ ਪਬਲਿਕ ਦੇ ਸਾਹਮਣੇ ਪ੍ਰਗਟ ਕੀਤਾ ਸੀ। ਸਤਿਗੁਰੂ ਜੀ ਨੇ ਜਦੋਂ ਇਹੋ ਜਿਹੇ ਬੜੇ ਬਚਨ ਸੁਣਾਏ ਗਿਆਨ ਦੇ, ਸੁਣ ਕਰਕੇ ਹੁਣ ਉਹਨਾਂ ਨੂੰ ਕੋਈ ਆਪਣੇ ਵੱਲੋਂ ਸਹੀ ਜਿਹੜਾ ਠੋਸ ਉੱਤਰ ਦੇਣਾ ਬੜਾ ਔਖਾ ਹੋ ਗਿਆ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਜਿਹੜੀ ਵਾਰਤਾ ਆਪਣੇ ਵੱਲੋਂ ਲਿਖੀ ਹੋਈ ਹੈ, ਜਿਹੜਾ ਅਸੀਂ ਨਾਨੂ ਪੰਡਤ ਉਹ ਕਹਿਣ ਲੱਗਿਆ, ਫਕੀਰ ਸਾਈਂ ਤੁਸੀਂ ਤਾਂ ਇਹ ਸਾਂਢੀ ਦੇ ਵਿੱਚ ਮਾਸ ਰਿੰਨ੍ਹਣਾ ਰੱਖਿਆ ਹੋਇਆ ਹੈ, ਇਹਨੂੰ ਤੁਸੀਂ ਕਹਿੰਦੇ ਹੋ ਵੀ ਇਹ ਕੋਈ ਪਾਪ ਨਹੀਂ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ, ਦੇਖੋ ਤਾਂ ਸਹੀ, ਢੱਕਣ ਚੁੱਕੇ ਫੇਰ ਪਤਾ ਲੱਗੂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਤਾਕਤ, ਆਪਣੀ ਸ਼ਕਤੀ ਦੁਆਰਾ ਉਸ ਹਾਂਡੀ ਦੇ ਵਿੱਚ ਖੀਰ ਪੈਦਾ ਕਰਦੀ ਦੇ ਕਰਕੇ ਮਹਾਰਾਜ ਦਾ ਕੌਤਕ ਸਾਰੇ ਜਿਹੜੇ ਵਿਦਵਾਨ
ਪੰਡਤ ਹੈਰਾਨ ਹੋ ਗਏ ਵੀ ਕੈਸੀ ਇਹਨਾਂ ਨੇ ਕਲਾ ਵਰਤਾਈ, ਜਿਨ੍ਹਾਂ ਨੇ ਦੇਖਿਆ ਅੱਖਾਂ ਦੇ ਨਾਲ ਵੀ ਮਾਸ ਪਾਇਆ ਸੀ ਨਾ ਉਸ ਕੋਰੇ ਮਟਕੇ ਦੇ ਵਿੱਚ ਹਿਰਨ ਦਾ ਲਿਆਂਦਾ ਹੋਇਆ। ਪਰ ਜਦੋਂ ਢੱਕਣ ਚੁੱਕ ਕਰਕੇ ਦੇਖਿਆ ਵੀ ਇਹਦੇ ਵਿੱਚ ਤਾਂ ਖੀਰ ਦੀ ਵਾਸਨਾ ਆ ਰਹੀ ਹੈ। ਉਸ ਸਮੇਂ ਜਿਹੜਾ ਨਾਨੋ ਪੰਡਤ ਜਿਹਨੇ ਆਪਣਾ ਨਾਮ ਹੀ ਵੇਦਾਂ ਸਾਸਤਰਾਂ ਨੂੰ ਪੜ੍ਹ ਕੇ ਨਾਨਕ ਚੰਦ ਰਖਵਾਇਆ, ਇਹਦੇ ਮਨ ਦੇ ਵਿੱਚ ਪੈ ਗਿਆ ਭੁਲੇਖਾ। ਜਿਹੜੇ ਉਹਨੇ ਭਵਿੱਖਤ ਪੁਰਾਣ ਦੇ ਵਿੱਚ ਪ੍ਰਵਚਨ ਲਿਖੇ ਹੋਏ ਵੇਦ ਵਿਆਦੀ ਜੇ ਪੜ੍ਹ ਲਏ ਵੀ ਕਲਯੁਗ ਦੇ ਵਿੱਚ ਜੀਵਾਂ ਦੇ ਭਲੇ ਦੇ ਲਈ ਭਗਵਾਨ ਨੇ ਆਪਣੇ ਆਪ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰੂਪ ਦੇ ਵਿੱਚ ਪ੍ਰਗਟ ਕਰਨਾ ਹੈ। ਵੇਦ ਵਿਆਸ ਜੀ ਨੇ ਦੇ ਲਓ ਪਤਾ ਨਹੀਂ ਕਿਤਨੇ ਹਜ਼ਾਰਾਂ ਸਾਲ ਪਹਿਲਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਸੰਬੰਧੀ ਬਚਨ ਭਵਿੱਖਤ ਪੁਰਾਣ ਦੇ ਵਿੱਚ ਲਿਖਤੇ। ਉਹ ਦੇਸ਼ ਵੀ ਲਿਖਿਆ ਹੋਇਆ ਵੈਦੀ ਬੰਸ 'ਚ ਨਾਨਕੋ, ਇਲਾਕਾ ਵੀ ਕਿਹੜੀ ਬੰਸ ਕਿਹੜੇ ਦੇਸ਼ ਦੇ ਵਿੱਚ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਸਮੇਂ ਇਹ ਨਾਨੂ ਪੰਡਤ ਦੇ ਮਨ ਦਾ ਵੀ ਭੁਲੇਖਾ ਦੂਰ ਹੋ ਗਿਆ। ਜਦੋਂ ਗੁਰੂ ਬਾਬਾ ਜੀ ਦਾ ਕੀਤਾ ਨਾ ਦਰਸ਼ਨ ਵੀ ਮੈਂ ਤਾਂ ਐਵੇਂ ਆਪਣੇ ਆਪ ਹੀ ਨੂੰ ਨਾਨਕ ਕਹਾਉਣ ਲੱਗ ਪਿਆ ਸੀ ਨਾ ਭੋਲੇ ਭਾਲੇ ਲੋਕਾਂ 'ਚ। ਉਸ ਸਮੇਂ ਕਹਿਣ ਲੱਗਿਆ ਵੀ ਮੈਂ ਕੋਈ ਅਵਤਾਰ ਨਹੀਂ, ਦਰਅਸਲ ਜਿਹਦੇ ਪਰਥਾਏ ਵੇਦ ਵਿਆਸ ਜੀ ਨੇ ਅਗੰਮੀ ਵਚਨ ਲਿਖੇ ਹੋਏ ਨੇ ਨਾ ਭਿਖਤ ਪੁਰਾਣ 'ਚ, ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਹਮਣੇ ਬੈਠੇ ਹਨ। ਹੁਣ ਜਿਸ ਪ੍ਰਕਾਰ ਹੋਰ ਵੀ ਮਹਾਰਾਜ ਨੇ ਬੜੀ ਚਰਚਾ ਕਰਨੀ ਹੈ ਇਹਨਾਂ ਦੇ ਨਾਲ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਗਿਆਨ ਬੈਨ ਕੋ ਸਮਝਹਿ ਨਾਹੀ, ਰਚੇ ਦੰਭ ਨਿਜ ਮਾਨ ਬਧਾਹੀ। ਗਿਆਨ ਬੈਨ ਕੋ ਸਮਝਹਿ ਨਾਹੀ, ਰਚੇ ਦੰਭ ਨਿਜ ਮਾਨ ਬਧਾਹੀ। ਹੇ ਚੁੱਤ ਹੇ ਪਾਰ ਬ੍ਰਹਮ ਅਗਨਾਸੀ ਅਗਨਾਸ।